गुरु का बख्शिया फतेह का नारा करिए बुलंद। उपरंत बाणी दी विचार नाल जुड़ना करांगे। गज के वाहिगुरु जी का खालसा वाहिगुरु जी की फतेह। सतनाम श्री वाहिगुरु साहिब जी। जाको चिंता बहुत बहुत देहि व्यापै रोग। गृहस्थ कुटुंब पलटिया कदे हरख कदे सोग। गौण करे चहुँ कुंट का घड़ी न बैसन सोए। चित आवे उस पार ब्रह्म तन मन शीतल होए। चित आवे उस पार ब्रह्म तन मन शीतल होए। वाहिगुरु। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਹੇ ਸ਼ਹਿਨਸ਼ਾਹ ਗੁਰੂ ਅਰਜਨ ਪ੍ਰਤੱਖ ਹਰ ਦੇ ਮਹਾਵਾਕ ਅਨੁਸਾਰ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ। ਪਿਛਲੇ ਦਿਨੀ ਆਪਾਂ ਪਹਿਲੇ ਪਦੇ ਸਰਵਣ ਕੀਤੇ ਸੀ। जाको मुश्किल अत बने ढोई कोय न दे। लागू होए दुश्मना साक पे भज खले। सबो भजै आसरा चुकै सब इसराओ। चित आवे उस पार ब्रह्म लगै न तत्ती वाओ। पिछले दो पदे आपां पिछले दिन सरवण कीते। अज तीसरे पदे दा पाठ सरवण कीता आप जी ने। धन धन श्री गुरु अर्जन देव महाराज जी बख्शिश कर रहे हैं। जाको चिंता बहुत बहुत देही व्यापै रोग। जे किसी मनुख दे शरीर करके भी वो दुखी होवे बीमार होवे रोगी होवे और सुरत करके दिमाग करके चिंता बनी रहे। गृहस्थ कुटुंब लेटिया गृहस्थ विच परिवार दे विच भी वो उलझिया होवे। सुखां दुखां दे विच दुखी सुखी होवे। गौण करे चहुँ कुंट का चार छपेरे हथ पैर मारे सुखां वास्ते। पर किते घड़ी भी उहनूं शांति ना मिले। घड़ी ना बैसन सोए। घड़ी भी शांति नाल ना मिले बैठण लई। पर जे किते वो परमेश्वर नूं याद कर लवे। चित आवे उस पार ब्रह्म तन मन शीतल होए। ऐसी ही कथा इस शब्द के मुताबिक सत्ता ते बलवंडा जिहड़े के दो रागी होए आ गुरु घर दे विच भाई मरदाने दी वंश विचों। और धन धन श्री गुरु अर्जन देव महाराज जी दे समय ये सेवा करते आ कीर्तन दी। समा आया और इन्हां दे घर इन्हां दी बच्ची दा जां भैन दा विआह आ गया। लड़की दा विआह आ गया। हुण विआह की चिंता बन गई। खर्चे की चिंता पैदा हो गई। उस चिंता के कारण इन्हां ने हुण बच्ची के विआह का इंतजाम करना शुरू किया। ते एक दिन इन्हां ने सतगुरु श्री गुरु अर्जन देव महाराज जी को बेनती की कि सानू मारे पैसे चाहिए आ। असी लड़की की शादी करनी है विआह करना है। तो धन धन श्री गुरु अर्जन देव महाराज जी कहन लगे कोई गल नहीं हो जाएगा सब कुछ। पर कई बारी मनुख नूं चिंता इन्नी बढ़ जाती है जिन्ना चिर उस काम का प्रबंध ना होवे इंतजाम ना होवे ते चिंता बनी रहिंदी है। उस चिंता के कारण इन्हां ने बेनती की कि सानू पैसे दे दिओ।
ਅਸੀਂ ਲੜਕੀ ਦੇ ਵਿਆਹ ਦਾ ਸਮਾਨ ਖਰੀਦਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਇਹ ਸਭ ਕੁਝ ਹੋ ਜਾਵੇਗਾ, ਤੁਸੀਂ ਕੀਰਤਨ ਕਰਿਆ ਕਰੋ। ਪਰ ਹੁਣ ਦਿਮਾਗ ਦੇ ਵਿੱਚ ਵਿਆਹ ਦੀ ਚਿੰਤਾ ਬਣੀ ਹੋਈ ਹੈ, ਇਸ ਕਰਕੇ ਕੀਰਤਨ ਵੀ ਕਿੱਥੇ ਇਹਨਾਂ ਨੂੰ ਉਸ ਤਰ੍ਹਾਂ ਰਸ ਨਾਲ ਨਹੀਂ ਹੁੰਦਾ। ਜਦੋਂ ਇਹਨਾਂ ਨੇ ਇੱਕ ਦੋ ਵਾਰੀ ਪੈਸਿਆਂ ਦੀ ਗੱਲ ਕੀਤੀ ਤੇ ਕਹਿਣ ਲੱਗੇ ਮਹਾਰਾਜ ਫਿਰ ਇੱਦਾਂ ਕਰੋ, ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦਿਓ, ਇੱਕ ਦਿਨ ਦੀ ਪੂਜਾ ਜੋ ਸੰਗਤਾਂ ਰੋਜ਼ਾਨਾ ਮੱਥਾ ਟੇਕਦੀ ਹੈ ਉਹ ਦੇ ਦਿਓ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਠੀਕ ਹੈ ਭਾਈ, ਉਹ ਲੈ ਜਿਓ। ਕਹਿੰਦੀ ਇਹ ਗੱਲਬਾਤ ਹੋਈ ਤੇ ਅਗਲੇ ਦਿਨ ਦੇ ਚੜਾਵੇ ਦੀ ਗੱਲ ਹੋ ਗਈ ਵੀ ਕੱਲ੍ਹ ਨੂੰ ਤੁਸੀਂ ਪੈਸੇ ਲੈ ਜਿਓ। ਹੁਣ ਜਦ ਦੂਸਰੇ ਦਿਨ ਇਹਨਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਗੁਰੂ ਘਰ ਆ ਕੇ, ਤੇ ਕੀਰਤਨ ਕਰਦਿਆਂ ਹੋਇਆ ਇਹਨਾਂ ਦਾ ਧਿਆਨ ਜਿਹੜਾ ਹੈ ਉਹ ਸ਼ਬਦ ਵਿੱਚ ਨਾ ਲੱਗਿਆ, ਕੀਰਤਨ ਵਿੱਚ ਨਾ ਲੱਗਿਆ। ਇਹਨਾਂ ਦਾ ਧਿਆਨ ਜਿਹੜਾ ਹੈ ਉਹ ਚੜਾਵੇ 'ਚ ਰਿਹਾ, ਕਿਉਂਕਿ ਅੱਜ ਦਾ ਚੜਾਵਾ ਉਹਨਾਂ ਦਾ ਸੀ। ਇਸ ਕਰਕੇ ਸੁਭਾਵਕ ਹੈ, ਸਾਡੇ ਮਨ ਦਾ ਸੁਭਾਅ ਹੈ, ਜਿਹੜੀ ਚੀਜ਼ 'ਤੇ ਮਿਹਰ ਹੋਵੇ ਉਹਦਾ ਬਹੁਤਾ ਹੀ ਧਿਆਨ ਜਾ ਦਿੰਦਾ। ਤੇ ਜਦੋਂ ਇਸ ਦਾ ਧਿਆਨ ਉਸ ਚੜਾਵੇ 'ਤੇ ਰਿਹਾ, ਅੱਜ ਦੀ ਮਾਇਆ 'ਤੇ ਰਿਹਾ, ਉਸ ਕਾਰਨ ਇਹਨਾਂ ਦਾ ਧਿਆਨ ਖਿੰਡਿਆ ਰਿਹਾ ਤੇ ਸ਼ਬਦ ਵਿੱਚ ਰਸ ਨਾ ਬਣਿਆ, ਧਿਆਨ ਨਾ ਜੁੜਿਆ। ਤੇ ਜਦੋਂ ਸਮਾਪਤੀ ਹੋਈ ਤੇ ਜੋ ਪੈਸੇ ਹੋਏ ਤੇ ਉਹਨਾਂ ਨੂੰ ਦੇਖ ਕੇ ਕਹਿਣ ਲੱਗੇ ਥੋੜ੍ਹੇ ਆ। ਧੰਨ ਗੁਰੂ ਅਰਜਨ ਦੇਵ ਜੀ ਫਿਰ ਕਹਿੰਦੇ ਕੋਈ ਗੱਲ ਨਹੀਂ, ਇਹਨਾਂ 'ਚ ਹੀ ਬਰਕਤ ਪੈ ਜਾਊਗੀ, ਤੁਸੀਂ ਲੈ ਜਾਓ, ਬਹੁਤ ਹੈ। ਪਰ ਮਨ ਵਿੱਚ ਬੜੀ ਚਿੰਤਾ ਸੀ ਸੰਸਾਰੀ ਤੌਰ 'ਤੇ। ਇਹਨਾਂ ਨੇ ਉਹ ਪੈਸੇ ਲੈਣ ਤੋਂ ਨਾ ਕਰ ਦਿੱਤੀ। ਇਤਿਹਾਸ ਵਿੱਚ ਕਿਤੇ 20 ਰੁਪਈਏ ਦੱਸਦੇ ਆ, ਕਿਤੇ 100 ਰੁਪਈਆ ਦੱਸਦੇ ਆ। ਚਲੋ ਖੈਰ, ਉਸ ਸਮੇਂ ਮੁਤਾਬਕ ਉਹਨਾਂ ਨੂੰ ਬਹੁਤ ਥੋੜ੍ਹੇ ਲੱਗੇ ਤੇ ਉਹ ਨਾਲ ਗਏ ਤੇ ਗੁੱਸੇ ਹੋ ਕੇ ਚਲੇ ਗਏ। ਔਰ ਨਾਲ ਹੀ ਕੁਝ ਐਸੇ ਬਚਨ ਕਰ ਗਏ ਵੀ ਤੁਸੀਂ ਸੰਗਤਾਂ ਨੂੰ ਕਹਿ ਦਿੱਤਾ ਹੋਣਾ ਵੀ ਅੱਜ ਮੱਥਾ ਨਾ ਟੇਕਿਓ, ਅੱਜ ਦੇ ਪੈਸੇ ਜਿਹੜੇ ਹੈ ਰਾਗੀਆਂ ਦੇ ਆ, ਸੱਤੇ ਬਲਵੰਡੇ ਦੇ ਆ। ਇਸ ਕਰਕੇ ਗੁਰੂ ਪਿਆਰਿਓ ਦੂਸਰੇ ਦਿਨ ਉਹ ਕੀਰਤਨ ਕਰਨ ਵੀ ਨਾ ਆਏ। ਜਦ ਦੂਸਰੇ ਦਿਨ ਕੀਰਤਨ ਕਰਨ ਆਏ ਤੇ ਕੀਰਤਨ ਦਾ ਸਮਾਂ ਹੋ ਗਿਆ, ਸਤਿਗੁਰੂ ਆ ਕੇ ਵਿਰਾਜਮਾਨ ਹੋ ਗਏ, ਸੰਗਤ ਆ ਗਈ ਪਰ ਰਾਗੀ ਨਾ ਆਏ। ਤੇ ਸਤਿਗੁਰੂ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਹੋਰਾਂ ਨੂੰ ਕਹਿਣ ਲੱਗੇ ਕੀ ਗੱਲ ਹੋ ਗਈ, ਰਾਗੀ ਨਹੀਂ ਆਏ ਅੱਜ? ਮਾਰਾ ਪਤਾ ਨਹੀਂ। ਕਹਿੰਦੇ ਜਾਓ ਲੈ ਕੇ ਆਓ ਬੁਲਾ ਕੇ। ਕਹਿੰਦੇ ਉਸੇ ਵੇਲੇ ਭਾਈ ਗੁਰਦਾਸ ਜੀ ਵਰਗੇ ਸਿਆਣੇ ਸਿੱਖ ਉਹਨਾਂ ਨੂੰ ਬੁਲਾਉਣ ਵਾਸਤੇ ਗਏ। ਬਈ ਚੱਲ ਕੇ ਕੀਰਤਨ ਕਰੋ, ਕੀ ਗੱਲ ਹੋ ਗਈ, ਤੁਹਾਡੇ ਕੰਮ ਹੋ ਜਾਣਗੇ, ਗੁਰੂ ਸਾਹਿਬ ਆਪੇ ਕਿਰਪਾ ਕਰਨਗੇ। ਕਹਿਣ ਲੱਗੇ ਨਹੀਂ, ਅਸੀਂ ਨਹੀਂ ਜਾਂਦੇ। ਉਸ ਤੋਂ ਬਾਅਦ ਦੂਸਰੀ ਵਾਰ ਬਾਬਾ ਬੁੱਢਾ ਜੀ ਵਰਗੇ ਸਿਆਣੇ ਸਿੱਖਾਂ ਨੂੰ ਨਾਲ ਲੈ ਕੇ ਗਏ। ਬਹੁਤ ਸਮਝਾਉਣਾ ਕੀਤਾ ਤੇ ਉਹਨਾਂ ਦਾ ਮਨ ਥੋੜ੍ਹਾ ਹੋਰ ਭਾਰੀ ਹੋ ਗਿਆ ਵੀ ਹੁਣ ਪਤਾ ਲੱਗੂ ਨਾ ਵੀ ਸਾਡੀ ਕਿੰਨੀ ਲੋੜ ਹੈ। ਜੇ ਅਸੀਂ ਕੀਰਤਨ ਕਰਦੇ ਹਾਂ ਫੇਰ ਹੀ ਸੰਗਤ ਆਉਂਦੀ ਆ। ਉਹਨਾਂ ਦੇ ਮਨ ਵਿੱਚ ਇੱਕ ਖਿਆਲ ਬਣ ਗਿਆ। ਦੂਸਰੀ ਵਾਰ ਵੀ ਨਾ ਸੱਦੇ ਤੋਂ ਆਏ ਤੇ ਤੀਜੀ ਵਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਗਏ ਔਰ ਉਹਨਾਂ ਨੂੰ ਕਿਹਾ ਭਾਈ ਤੁਸੀਂ ਚੱਲ ਕੇ ਕੀਰਤਨ ਕਰੋ, ਤੁਹਾਡੇ ਸਾਰੇ ਕੰਮ ਠੀਕ ਹੋ ਜਾਣਗੇ, ਫਿਕਰ ਨਾ ਕਰੋ। ਕਹਿੰਦੇ ਨਾ, ਅਸੀਂ ਤਾਂ ਜਮ੍ਹਾਂ ਨਹੀਂ ਆਉਂਦੇ। ਤੁਹਾਡੇ ਘਰ ਦੇ ਵਿੱਚ ਸਾਡੇ ਵੱਡੇ ਕੀਰਤਨ ਕਰਦੇ ਰਹੇ ਆ, ਤਾਈਆਂ ਤਾਂ ਲੋਕ ਜੁੜਦੇ ਆ, ਸੰਗਤ ਜੁੜਦੀ ਆ। ਜੇ ਮਰਦਾਨਾ ਕੀਰਤਨ ਕਰਦਾ ਸੀ ਤਾਂ ਲੋਕ ਬਾਬੇ ਨਾਨਕ ਦੇ ਕੋਲ ਆ ਕੇ ਬਹਿੰਦੇ ਸਨ। ਇਵੇਂ ਜਿਵੇਂ ਦੂਜੇ ਪਾਤਸ਼ਾਹ ਬਾਰੇ, ਤੀਜੇ ਪਾਤਸ਼ਾਹ ਬਾਰੇ ਬੋਲ ਪਏ।
ਔਰ ਸਤਿਗੁਰੂ ਅਰਜਨ ਦੇ ਮਨ ਸਤਿਕਾਰ ਕਰਨ ਦੀ ਬਜਾਏ ਉਹਨਾਂ ਦੀ ਬੇਅਦਬੀ ਕੀਤੀ। ਭਾਵ ਕੌੜੇ ਬਚਨ ਬੋਲੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਖੜੇ ਸੁਣਦੇ ਰਹੇ ਤੇ ਉਹ ਬੋਲਦੇ ਰਹੇ ਤੇ ਅਖੀਰ ਸਤਿਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਤੁਸੀਂ ਫਿੱਟ ਗਏ, ਹੁਣ ਤੁਸੀਂ ਆਇਓ ਵੀ ਨਾ। ਫਿੱਟ ਜਾਣਾ ਹੁੰਦਾ ਸਰੀਰ ਦਾ ਪਾੜ ਜਾਣਾ, ਜ਼ਖਮ ਹੋ ਜਾਣੇ, ਕੋਈ ਬਿਮਾਰੀ ਪੈਦਾ ਹੋ ਜਾਣੀ। ਪਾਤਸ਼ਾਹ ਕਹਿੰਦੇ ਤੁਸੀਂ ਹੰਕਾਰ ਨਾਲ ਫਟ ਗਏ ਹੋ, ਫਿੱਟ ਗਏ ਹੋ, ਹੁਣ ਤੁਸੀਂ ਰਹਿ ਨਹੀਂ ਦਿਓ, ਨਾ ਹੀ ਆਇਓ। ਤੇ ਸਤਿਗੁਰੂ ਅਰਜਨ ਦੇਵ ਜੀ ਵਾਪਸ ਆ ਗਏ। ਆ ਕੇ ਸੰਗਤ ਵਿੱਚੋਂ ਸਿੱਖਾਂ ਨੂੰ ਕਹਿਣ ਲੱਗੇ ਵੀ ਕੋਈ ਵੀ 3 ਜਣੇ ਉੱਠ ਕੇ ਕੀਰਤਨ ਕਰੋ। ਜਿਨ੍ਹਾਂ ਨੂੰ ਇਸ਼ਾਰਾ ਕੀਤਾ ਉਹ ਵਚਨ ਮੰਨ ਕੇ ਤਾਬਿਆ ਬਹਿ ਗਏ, ਸਾਜਾਂ ਕੋਲ ਬੈਠ ਗਏ ਤੇ ਕੀਰਤਨ ਹੋ ਗਿਆ। ਗੁਰੂ ਸਾਹਿਬ ਜੀ ਨੇ ਮਾਨੋ ਕੀਰਤਨ ਦੀ ਦਾਤ ਹੁਣ ਸੰਗਤ ਵਿੱਚ ਵਰਤਾ ਦਿੱਤੀ ਆ ਤੇ ਨਾਲ ਹੀ ਸੰਗਤਾਂ ਨੂੰ ਕਹਿ ਦਿੱਤਾ ਕਿ ਸੱਤੇ ਬਲਵੰਡੇ ਨੂੰ ਮੂੰਹ ਨਹੀਂ ਲਾਉਣਾ। ਉਹ ਫਿੱਟ ਗਏ ਹਨ। ਉਹਨਾਂ ਨੇ ਮੇਰਾ ਤਾਂ ਛੱਡੋ ਗੱਲ, ਉਹਨਾਂ ਨੇ ਵੱਡੇ ਗੁਰੂਆਂ ਨੂੰ, ਬਾਬੇ ਨਾਨਕ ਵਰਗਿਆਂ ਨੂੰ ਵੀ ਉਹਨਾਂ ਨੇ ਪੁੱਠਾ ਬੋਲਿਆ, ਗਲਤ ਬੋਲਿਆ। ਔਰ ਕੋਈ ਵੀ ਉਹਨਾਂ ਦੀ ਸਿਫਾਰਿਸ਼ ਕਰਕੇ ਉਹਨਾਂ ਨੂੰ ਮੇਰੇ ਕੋਲ ਨਾ ਲੈ ਕੇ ਆਵੇ। ਜਿਹੜਾ ਉਹਨਾਂ ਦੀ ਮੇਰੇ ਕੋਲੇ ਗੱਲ ਕਰੂਗਾ ਮੈਂ ਉਹਦਾ ਮੂੰਹ ਕਾਲਾ ਕਰਕੇ ਤੇ ਸ਼ਹਿਰ ਵਿੱਚ ਘੁਮਾ ਦੇਣਾ। ਤੇ ਸੰਗਤ ਨੂੰ ਵੀ ਜਦੋਂ ਪਤਾ ਲੱਗਿਆ ਤੇ ਸੰਗਤ ਵੀ ਉਹਨਾਂ ਤੋਂ ਮੂੰਹ ਵੱਟ ਗਈ। ਹੁਣ ਉਹਨਾਂ ਨੂੰ ਕੋਈ ਸੱਦਣ ਨਹੀਂ ਜਾਂਦਾ, ਆਪਦੀ ਆਪ ਉਹ ਆ ਨਹੀਂ ਸਕਦੇ। ਤੇ ਥੋੜ੍ਹੇ ਹੀ ਦਿਨਾਂ ਵਿੱਚ ਸਰੀਰ 'ਤੇ ਉਹਨਾਂ ਦੇ ਖੁਰਕ ਜਿਹੀ ਹੋਈ, ਜ਼ਖਮ ਜਿਹੇ ਹੋਏ, ਪਾਣੀ ਜਿਹਾ ਵਗਣ ਲੱਗਿਆ ਜ਼ਖਮਾਂ 'ਚੋਂ। ਔਰ ਸਤਿਗੁਰਾਂ ਦੇ ਬਚਨ ਹੋਣੇ ਸੀ ਪੂਰੇ, ਸਰੀਰ ਫਟਣਾ ਸ਼ੁਰੂ ਹੋ ਗਿਆ। ਜਦੋਂ ਇਸ ਤਰ੍ਹਾਂ ਪਾਣੀ ਜਾਂ ਖੂਨ ਜਾਂ ਵਗਣ ਲੱਗਿਆ ਲੱਤਾਂ ਬਾਹਾਂ 'ਚੋਂ, ਬੜੀ ਮੁਸ਼ਕਿਲ ਹੋ ਗਈ। ਹੁਣ ਉਹ ਚਾਹੁੰਦੇ ਆ ਕਿ ਸਾਨੂੰ ਕੋਈ ਗੁਰੂ ਸਾਹਿਬ ਨਾਲ ਮਿਲਾ ਦੇਵੇ। ਪਰ ਸੰਗਤ ਨੇ ਸਤਿਗੁਰਾਂ ਦਾ ਉਹ ਬਚਨ ਸੁਣ ਲਿਆ ਵੀ ਜੇ ਕੋਈ ਇਹਨਾਂ ਦੀ ਗੱਲ ਕਰੂਗਾ, ਮੇਰੇ ਕੋਲੇ ਸਿਫਾਰਿਸ਼ ਕਰੂਗਾ, ਮੈਂ ਉਹਨੂੰ ਮੂੰਹ ਕਾਲਾ ਕਰਕੇ ਤੇ ਸ਼ਹਿਰ 'ਚ ਘੁਮਾ ਦੇਣਾ। ਤੇ ਇਸ ਕਰਕੇ ਹੁਣ ਸੱਤਾ ਬਲਵੰਡਾ ਜਿਹੜੇ ਵੀ ਸਿੱਖ ਨੂੰ ਜਾ ਕੇ ਬੇਨਤੀ ਕਰਦੇ ਆ ਕਿ ਸਾਨੂੰ ਗੁਰੂ ਸਾਹਿਬ ਨਾਲ ਮਿਲਾ ਦਿਓ, ਸਾਥੋਂ ਗਲਤੀ ਹੋ ਗਈ, ਉਹ ਇਹਨਾਂ ਨੂੰ ਬੁਲਾਉਂਦਾ ਹੀ ਨਹੀਂ। ਪਹਿਲੀ ਗੱਲ ਤਾਂ ਜਿਹਦੇ ਘਰ ਵੱਲ ਜਾਂਦੇ ਆ ਉਹ ਗੇਟ ਬੰਦ ਕਰ ਲੈਂਦੇ ਆ। ਜੇ ਟੱਕਰਦੇ ਆ ਰਸਤੇ ਵਿੱਚ ਮੂੰਹ ਘੁਮਾ ਲੈਂਦੇ ਆ। ਇਹ ਗੁਰੂ ਦੇ ਫਟਕਾਰੇ ਹੋਏ ਆ ਰਹੇ ਨੇ। ਅਖੀਰ ਗੁਰੂ ਪਿਆਰਿਓ ਬੜੇ ਦੁਖੀ ਹੋ ਗਏ। ਲੜਕੀ ਦਾ ਵਿਆਹ ਤਾਂ ਕਿਧਰੇ ਹੀ ਗਿਆ। ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਚਿੰਤਾ ਵੱਧ ਗਈ, ਸਰੀਰ ਰੋਗੀ ਹੋ ਗਏ। ਔਰ ਗੁਰੂ ਪਿਆਰਿਓ ਇਤਨੀ ਬਿਮਾਰੀ ਵੱਧ ਗਈ ਕਿ ਹੁਣ ਇਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹੇ ਤੇ ਕੋਈ ਇਹਨਾਂ ਨੂੰ ਦੇਖਦਾ ਵੀ ਨਹੀਂ। ਅਖੀਰ ਇੱਕ ਦਿਨ ਇਹਨਾਂ ਦਾ ਖਿਆਲ ਬਣਿਆ ਵੀ ਜਿਹੜਾ ਲਾਹੌਰ ਵਾਲਾ ਲੱਧਾ ਹੈ ਨਾ, ਲੱਧਾ, ਉਹ ਬੜਾ ਚੰਗਾ ਬੰਦਾ, ਉਹਨੂੰ ਲੱਧਾ ਪਰਉਪਕਾਰੀ ਕਹਿੰਦੇ ਆ। ਜਿਵੇਂ ਪਾਤਸ਼ਾਹ ਦਾ ਬਚਨ ਹੈ, ਆਪਣਾ ਵਿਗਾੜ ਬਿਰਾਨਾ ਸੰਡ ਹੈ। ਉਹ ਆਪਦਾ ਵਿਗਾੜ ਕੇ ਵੀ ਦੂਜੇ ਦਾ ਠੀਕ ਕਰ ਸਕਦਾ ਹੈ। ਚਲੋ ਆਪਾਂ ਉਹਦੇ ਕੋਲ ਚੱਲਦੇ ਹਾਂ। ਤਾਂ ਇਹ ਸੋਚ ਕਰਕੇ ਉਹ ਲਾਹੌਰ ਚਲੇ ਗਏ ਲੱਧੇ ਦੇ ਘਰ। ਅੱਗੋਂ ਬੱਚਿਆਂ ਨੇ ਗੇਟ ਬੰਦ ਕਰ ਦਿੱਤਾ ਤੇ ਲੱਧਾ ਅੰਦਰੋਂ ਆ ਕੇ ਪੁੱਛਦਾ ਵੀ ਦੱਸੋ ਕੀ ਗੱਲ ਹੈ। ਕਹਿਣ ਲੱਗੇ ਸਾਨੂੰ ਇੱਕ ਵਾਰੀ ਗੁਰੂ ਸਾਹਿਬ ਦੇ ਨਾਲ ਮਿਲਾ ਦੇ। ਉਹ ਕਹਿਣ ਲੱਗਿਆ ਮੈਂ ਕਿਵੇਂ ਮਿਲਾਵਾਂ ਤੁਹਾਨੂੰ, ਤੁਸੀਂ ਫਟਕਾਰੇ ਗਏ ਹੋ ਗੁਰੂ ਵੱਲੋਂ। ਇਹਨਾਂ ਨੇ ਬੜੀਆਂ ਮਿੰਨਤਾਂ ਕੀਤੀਆਂ, ਮੈਂ ਜਿਵੇਂ ਮਰਜ਼ੀ ਕਰ ਮਿੱਤਰਾ, ਤੇਰੇ ਰੱਖਣ ਦੇ ਆ ਹੁਣ, ਨਹੀਂ ਤਾਂ ਸਾਡੀਆਂ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਖਤਮ ਹੋ ਜਾਣਗੀਆਂ। ਤੇ ਉਸ ਵੇਲੇ ਫਿਰ ਲੱਧੇ ਨੂੰ ਕਹਿੰਦੇ ਤਰਸ ਆਇਆ, ਦਇਆ ਆਈ। ਉਸ ਨੇ ਪਹਿਲਾਂ ਗੁਰੂ ਸਾਹਿਬ ਦਾ ਬਚਨ ਪੂਰਾ ਕੀਤਾ, ਹੁਕਮ ਪੂਰਾ ਕੀਤਾ, ਹੁਕਮ ਬਜਾਇਆ।
ਆਪਣੇ ਘਰੋਂ ਹੀ ਤਵੇ ਦੀ ਕਾਲਸ ਲੈ ਕੇ ਮੂੰਹ ਕਾਲਾ ਕਰ ਲਿਆ ਔਰ ਫਿਰ ਲਾਹੌਰ ਤੋਂ ਅੰਮ੍ਰਿਤਸਰ ਆ ਕੇ ਗਧਾ ਲਿਆ ਕਿਸੇ ਘੁਮਿਆਰਾਂ ਦਾ, ਉਹਦੇ ਉੱਤੇ ਬੈਠ ਕੇ ਤੇ ਸਾਰੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇਹਨੇ ਚੱਕਰ ਲਾਉਣਾ ਸ਼ੁਰੂ ਕੀਤਾ। ਤੇ ਇਸ ਨੂੰ ਦੇਖ ਕਰਕੇ ਬੱਚੇ ਵੀ ਚਾਹ ਨਾਲ ਇਕੱਠੇ ਹੋ ਗਏ, ਇਹਦੇ ਮਗਰ ਮਗਰ ਰੌਲਾ ਪੈਂਦਾ ਜਾ ਰਿਹਾ ਹੈ। ਸਾਰੇ ਸ਼ਹਿਰ ਦੀ ਪਰਿਕਰਮਾ ਕਰਤੀ। ਹੁਣ ਤਾਂ ਬਹੁਤ ਵੱਡਾ ਹੈ, ਉਦੋਂ ਜਿਤਨਾ ਵੀ ਵਸਿਆ ਸੀਗਾ। ਸ਼ਹਿਰ ਦੀ ਪਰਿਕਰਮਾ ਕਰਕੇ ਜਦੋਂ ਇਹ ਹਰਿਮੰਦਰ ਸਾਹਿਬ ਦੇ ਕੋਲ ਆਏ ਤੇ ਬੱਚਿਆਂ ਦਾ ਰੌਲਾ ਪੈਂਦਾ ਆ ਰਿਹਾ ਹੈ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀਵਾਨ ਸਜਾ ਕੇ ਸਰੋਵਰ ਦੀ ਪਰਿਕਰਮਾ ਦੇ ਕੋਲ ਖੁੱਲ੍ਹੇ ਥਾਂ 'ਚ ਦੀਵਾਨ ਸਜੇ ਹੈ। ਰੌਲਾ ਇਹਨਾਂ ਦੇ ਕੰਨਾਂ 'ਚ ਪਿਆ ਤੇ ਸਿੱਖਾਂ ਨੂੰ ਕਹਿੰਦੇ ਵੀ ਆਹ ਰੌਲਾ ਕਾਹਦਾ ਪੈ ਰਿਹਾ ਬਈ। ਸਿੱਖਾਂ ਨੇ ਦੱਸਿਆ ਪਤਾ ਕਰਕੇ ਵੀ ਮਹਾਰਾਜ ਇਹ ਤਾਂ ਬੱਚੇ ਰੌਲਾ ਪਾ ਰਹੇ ਨੇ। ਕਿਉਂ? ਮਹਾਰਾਜ ਤੁਹਾਡਾ ਸਿੱਖ ਹੈ ਨਾ ਲਾਹੌਰ ਵਾਲਾ ਲੱਧਾ ਪਰਉਪਕਾਰੀ, ਉਹ ਮੂੰਹ ਕਾਲਾ ਕਰਕੇ ਗਧੇ 'ਤੇ ਬੈਠਾ ਤੇ ਮਗਰ ਉਹਨਾਂ ਦੇ ਜਵਾਕ ਲੱਗੇ ਹੋਏ ਨੇ, ਰੌਲਾ ਪੈਂਦਾ ਆ ਰਿਹਾ ਬੱਚੇ ਨੂੰ। ਕਹਿੰਦੀ ਐਂ ਕੋਈ ਕੀਤਾ ਉਸਨੇ? ਕਹਿੰਦੇ ਜੀ ਲੱਗਦਾ ਉਹਦੇ ਮਗਰ ਸੱਤਾ ਬਲਵੰਡਾ ਰਾਗੀ ਹੈ, ਉਹ ਲੈ ਕੇ ਆਏ ਹੋਣਗੇ ਉਸ ਨੂੰ। ਕਹਿੰਦੇ ਓਹੋ, ਲੱਧੇ ਨੂੰ ਮੂੰਹ ਕਾਲਾ ਕਰਨ ਦੀ ਕੀ ਲੋੜ ਸੀ, ਸਿੱਧਾ ਹੀ ਆ ਜਾਂਦਾ, ਜਾਓ ਉਹਨੂੰ ਗਧੇ ਤੋਂ ਲਾ ਕੇ ਲਿਆ। ਕਹਿੰਦੇ ਫਿਰ ਸਿੱਖ ਗਏ ਤੇ ਲੱਧੇ ਨੂੰ ਸੱਦ ਕੇ ਲਿਆਏ ਅੰਦਰ। ਅੰਦਰ ਆਇਆ ਤੇ ਪਾਤਸ਼ਾਹ ਕਹਿਣ ਲੱਗੇ ਲੱਧੇ ਐ ਕੀ ਕੀਤਾ? ਕਹਿੰਦੇ ਮਹਾਰਾਜ ਤੁਹਾਡਾ ਹੁਕਮ ਬਜਾਇਆ, ਤੁਸੀਂ ਕਿਹਾ ਸੀਗਾ ਤੁਹਾਡਾ ਤਾਂ ਬਚਨ ਤੀਹੋ ਕਾਲ ਸੱਤ ਹੋਣਾ, ਇਸ ਕਰਕੇ ਮੈਂ ਤੁਹਾਡਾ ਹੁਕਮ ਬਜਾ ਦਿੱਤਾ। ਜੇ ਕੋਈ ਹੋਰ ਸਜ਼ਾ ਦੇਣੀ ਹੈ ਇਹਨਾਂ ਰਾਗੀਆਂ ਪਿੱਛੇ ਮੈਨੂੰ ਦੇ ਦਿਓ, ਪਰ ਇਹਨਾਂ ਨੂੰ ਬਖਸ਼ ਲਓ, ਮਾਫ ਕਰ ਦਿਓ ਮਹਾਰਾਜ। ਉਸ ਵੇਲੇ ਫਿਰ ਧੰਨ ਗੁਰੂ ਅਰਜਨ ਦੇਵ ਜੀ ਦਇਆ ਦੇ ਘਰ ਵਿੱਚ ਆਏ। ਅਨਕ ਬਾਰ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗੱਲ ਆਵੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਚੰਗਾ ਜਾ ਸਰੋਵਰ ਤੇ ਮੂੰਹ ਸਾਫ਼ ਕਰਕੇ ਆ। ਸੋ ਲੱਧੇ ਨੇ ਮੂੰਹ ਸਾਫ਼ ਕੀਤਾ। ਫਿਰ ਪਾਤਸ਼ਾਹ ਜੀ ਜੁਗਤੀ ਦੱਸਦੇ ਆ ਵੀ ਹੁਣ ਕਿਵੇਂ ਬਖਸ਼ੇ ਜਾਣਗੇ। ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਕਿਸ ਤਰ੍ਹਾਂ? ਜਿਨ੍ਹਾਂ ਦੇ ਅੰਦਰ ਭਟਕਣਾ ਪੈਦਾ ਹੋ ਚੁੱਕੀ ਸੀ, ਉਸ ਭਟਕਣਾ ਦੇ ਕਾਰਨ ਗੁਰੂ ਪਿਆਰਿਓ ਇਹ ਭਟਕਦੇ ਹੋਏ ਦੁਖੀ ਹੋ ਚੁੱਕੇ ਸਨ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ। ਜਿਨ੍ਹਾਂ ਦੇ ਅੰਦਰ ਗੁਰੂ ਪਿਆਰਿਓ ਇਹ ਬਿਮਾਰੀ ਪੈਦਾ ਹੋ ਗਈ, ਦੇਹੀ ਨੂੰ ਰੋਗ ਪੈਦਾ ਹੋ ਗਏ ਔਰ ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਗ੍ਰਸਤ ਕੁਟੰਬ ਭਾ ਪਰਿਵਾਰ ਦੇ ਚੱਕਰ ਵਿੱਚ ਹੀ, ਲੜਕੀ ਦੇ ਵਿਆਹ ਦੇ ਚੱਕਰ ਵਿੱਚ ਹੀ ਇਹਨਾਂ ਦੀ ਇਹ ਹਾਲਤ ਹੋ ਗਈ। ਤੇ ਉਸ ਵੇਲੇ ਸਤਿਗੁਰੂ ਅਰਜਨ ਦੇਵ ਜੀ ਫਿਰ ਦੱਸਦੇ ਹੈ ਕਿ ਹੁਣ ਇਹ ਤਾਂ ਬਖਸ਼ੇ ਜਾਣਗੇ ਜਿਹੜੇ ਮੂੰਹ ਨਾਲ ਇਹਨਾਂ ਨੇ ਗੁਰੂ ਨਾਨਕ ਦੀ ਨਿੰਦਿਆ ਕੀਤੀ ਆ, ਵੱਡੇ ਗੁਰੂਆਂ ਦੀ ਨਿੰਦਿਆ ਕੀਤੀ ਆ, ਹੁਣ ਉਹਨਾਂ ਦੀ ਸਿਫਤ ਕਰਨ। ਤੇ ਸੱਤਾ ਬਲਵੰਡਾ ਵੀ ਪਿੱਛੇ ਖੜੇ ਹੈ। ਸਰੀਰ ਰੋਗੀ ਹੋ ਚੁੱਕਿਆ ਸੀ ਉਹਨਾਂ ਦਾ, ਜ਼ਖਮੀ ਹੋ ਚੁੱਕਿਆ ਸੀ, ਪਿੰਡੇ ਤੇ ਖੁਰਕ ਦੇ ਨਾਲ ਇਤਨੇ ਜ਼ਖਮ ਹੋ ਗਏ ਸਨ ਭਿਆਨਕ। ਤਾਂ ਗੁਰੂ ਪਿਆਰਿਓ ਫਿਰ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਇਹ ਉਸ ਮੂੰਹ ਨਾਲ ਸਿਫਤ ਕਰਨ ਗੁਰੂਆਂ ਦੀ। ਤਾਂ ਉਹ ਕਹਿੰਦੇ ਜੀ ਸਾਨੂੰ ਸਿਫਤ ਕਰਨੀ ਨਹੀਂ ਆਉਂਦੀ, ਅਸੀਂ ਕਿਵੇਂ ਕਰੀਏ? ਤੇ ਫਿਰ ਸਤਿਗੁਰਾਂ ਨੇ ਉਹਨਾਂ ਨੂੰ ਸਿਫਤ ਕਰਨ ਦਾ ਢੰਗ ਦੱਸਿਆ। ਫਿਰ ਉਹਨਾਂ ਨੇ ਵੀ ਗੁਰੂ ਪਿਆਰਿਓ ਸਿਫਤ ਕਰਨੀ ਸ਼ੁਰੂ ਕੀਤੀ। ਤੇ ਜੋ ਉਹਨਾਂ ਨੇ ਸਿਫਤ ਦੇ ਬਚਨ ਉਚਾਰੇ ਉਹ ਗੁਰਬਾਣੀ ਦੇ ਵਿੱਚ ਫਿਰ ਸਤਿਗੁਰਾਂ ਨੇ ਲਿਖਣੇ ਕੀਤੇ, ਚੜਾਉਣੇ ਕੀਤੇ।
राम कली की वार राय बलवंड तथा सत्य डूम आखी एक ओंकार सतगुर प्रसाद नाव करता कादर करे क्यों बोल होवे जो खीवदै। ਉਹ परिपूर्ण परमेश्वर जो करदा ਉਹੋ ही हुंदा है। दे गुणा सत भैन भराव है। दे गुणा भाव देव गुण भाव चंगे गुण। चंगे गुण ते सच ਇਹੋ ही बंदे दे भैन भरा है। बंदा कुटुंब दे विच उलझिया होया भटकिया होया। गृहस्थ कुटुंब पलेटिया लड़की दे विआह करके ही सत्ते बलवंडे होरां ते एडा वड्डा दुख आ गया सी। पर हुण उन्हां नूं पता लग्या कि बंदे दे गुण ही बंदे दे असली भैन भरा है। दे गुणा सत भैन भराव है। पारंग दान पड़ीवदै नानक राज चलाया सच कोट सताणी नीवदै। ਜਿਹੜੇ ਕਹਿੰਦੇ ਸੀ ਬਾਬੇ ਨਾਨਕ ਦੀ ਸਿਫਤ ਜਿਹੜੀ ਹੈ ਸਾਡੇ ਮਰਦਾਨੇ ਕਰਕੇ ਹੋਈ ਆ। ਜਿਹੜੀ ਉਦਣ ਕਹਿੰਦੇ ਸੀ ਕਿ ਜੇ ਸਾਡਾ ਮਰਦਾਨਾ ਕੀਰਤਨ ਕਰਦਾ ਸੀ ਤਾਈਓ ਤਾਂ ਲੋਕ ਬਾਬੇ ਨਾਨਕ ਨੂੰ ਆ ਕੇ ਮਿਲਦੇ ਸੀ। ਪਰ ਅੱਜ ਕਹਿੰਦੇ ਆ ਨਹੀਂ, ਨਾਨਕ ਹੀ ਕਾਦਰ ਹੈ, ਕਰਤੇ ਦਾ ਕਰਤਾ ਮਾਲਕ ਹੈ ਕੁਦਰਤ ਦਾ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਸੱਚ ਦਾ ਕਿਲਾ ਜੋ ਖੜਾ ਕੀਤਾ ਇਹ ਬਾਬੇ ਨਾਨਕ ਨੇ ਚਲਾਇਆ। ਲਹਿਣੇ ਧਰੀ ਉਹਨ ਛਤਰ ਸਿਰ ਤੇ ਫਿਰ ਉਹਨਾਂ ਨੇ ਅੱਗੇ ਲਹਿਣੇ ਦੇ ਸਿਰ ਤੇ ਇਹ ਜਿਹੜਾ ਨਾਮ ਦਾ ਛਤਰ ਝਲਾਉਣਾ ਕੀਤਾ। ਕਰ ਸਿਫਤੀ ਅੰਮ੍ਰਿਤ ਪੀਵਦੈ। ਤੇ ਜਿਨ੍ਹਾਂ ਨੇ ਉਹਨਾਂ ਦੀ ਸਿਫਤ ਕੀਤੀ ਉਹਨਾਂ ਨੂੰ ਅੰਮ੍ਰਿਤ ਪ੍ਰਾਪਤ ਹੋਇਆ। ਮਤ ਗੁਰ ਆਤਮਦੇਵ ਦੀ। ਆਤਮ ਦਾ ਦੇਵਤਾ ਕੌਣ ਹੈ? ਪਰਮਾਤਮਾ ਗੁਰੂ ਨਾਨਕ। ਪਰਮੇਸ਼ਰ ਦੀ ਜਿਹੜੀ ਮੱਤ ਹੈ ਜਦੋਂ ਬੰਦੇ ਦੇ ਅੰਦਰ ਆ ਜਾਂਦੀ ਹੈ ਉਹ ਹੀ ਬੰਦੇ ਅੰਦਰ ਤਾਕਤ ਹੁੰਦੀ ਹੈ। ਗੁਰਮਤਿ ਭਾਵ ਪਰਮੇਸ਼ਰ ਦੀ ਮੱਤ, ਗੁਰੂ ਦੀ ਮੱਤ। ਗੁਰਮਤਿ ਹੀ ਸਾਡੀ ਅਸਲੀ ਤਾਕਤ ਹੈ। ਗੁਰ ਚੇਲੇ ਰਹਿ ਰਸ ਕੀ ਨਾਨਕ ਸਲਾਮ ਥੀਵੰਦੈ। ਗੁਰੂ ਤੇ ਸਿੱਖ ਨੇ ਮਿਲ ਕਰਕੇ ਜਿਹੜੀ ਸਿਫਤ ਕੀਤੀ ਜਿਸ ਕਰਕੇ ਉਹ ਸਦਾ ਸਲਾਮਤ ਹੋ ਗਏ। ਗੁਰੂ ਨਾਨਕ ਤੇ ਸਿੱਖ ਮਰਦਾਨਾ। ਕਹਿੰਦੇ ਅਸਲ ਵਿੱਚ ਜਦੋਂ ਗੁਰੂ ਤੇ ਸਿੱਖ ਮਿਲ ਕਰਕੇ ਪਰਮੇਸ਼ਰ ਦੀ ਸਿਫਤ ਕਰਦਾ ਉਹ ਸਦਾ ਸਲਾਮਤ ਹੋ ਜਾਂਦਾ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਸਹਿ ਟਿੱਕਾ ਦਿੱਤੋ ਸੋ ਜੀਵੰਦੈ। ਜਿਨ੍ਹਾਂ ਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ ਇਹ ਸਿਫਤ ਵੀ ਉਹੀ ਕਰਦੇ ਹਨ। ਤੇ ਫਿਰ ਲਹਿਣੇ ਦੀ ਫਿਰ ਆਈ ਹੈ ਨਾਨਕਾ ਦੋਹੀ ਖੱਟੀ ਹੈ। ਫਿਰ ਦੁਨੀਆ ਵਿੱਚ ਲਹਿਣੇ ਦੀ ਮਸ਼ਹੂਰੀ ਹੋਈ ਬਾਬੇ ਨਾਨਕ ਦੀ ਕਿਰਪਾ ਨਾਲ। ਪਹਿਲਾਂ ਕੀ ਕਹਿੰਦੇ ਸੀਗੇ? ਅਸੀਂ ਕੀਰਤਨ ਕਰਦੇ ਸੀ ਤਾਈਓ ਲੋਕ ਲਹਿਣੇ ਨੂੰ ਭਾਵ ਗੁਰੂ ਅੰਗਦ ਦੇਵ ਨੂੰ ਮਿਲਦੇ ਸੀ। ਪਰ ਹੁਣ ਕਹਿੰਦੇ ਆ ਨਹੀਂ, ਇਹ ਬਾਬੇ ਨਾਨਕ ਨੇ ਟਿੱਕਾ ਦਿੱਤਾ ਸੀ ਤਾਂ ਕਰਕੇ ਉਹਨਾਂ ਦੀ ਵਡਿਆਈ ਹੁੰਦੀ। ਟਿੱਕਾ ਦੇਣਾ ਗੱਦੀ ਦੇਣੀ। ਮਾਲਕ ਨੇ ਸਹਿ ਮਾਲਕ ਨੇ ਸਹਿ ਟਿੱਕਾ ਦਿੱਤੋ ਸੋ ਜੀਵੰਦੈ। ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਹੈ ਉਹਨਾਂ ਨੂੰ ਹੀ ਪ੍ਰਾਪਤੀ ਹੁੰਦੀ ਆ। ਲਹਿਣੇ ਦੀ ਫਿਰ ਆਈ ਹੈ ਨਾਨਕਾ ਦੋਹੀ ਖੱਟੀ ਹੈ। ਜੋ ਤੋਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਹੈ। ਕਹਿੰਦੇ ਇਸ ਤਰ੍ਹਾਂ ਉਹ ਜੋਤ ਅੱਗੇ ਗੁਰੂ ਅੰਗਦ ਦੇਵ ਚ ਆ ਗਈ। ਝੁੱਲੇ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ। ਗੁਰੂ ਦੀ ਹੱਟੀ ਦੇ ਉੱਤੇ ਹੁਣ ਲਹਿਣਾ ਨਿਰੰਜਨੀ ਤਖਤ ਦੇ ਨਿਰੰਜਨੀ ਛੱਤ ਦੇ ਹੇਠਾਂ ਬੈਠਾ। ਆ ਨਿਰੰਜਨੀ ਛੱਤ ਹੈ ਚੌਰ ਆਪਣਾ ਚੰਦੋਆ। ਇਹ ਪਰਮੇਸ਼ਰ ਦੀ ਛੱਤ ਹੈ ਛਤਰ ਤੇ ਤਖਤ ਹੈ ਜਿੱਥੇ ਬੈਠੇ ਆ। ਇਹ ਗੁਰੂ ਦੇ ਤਖਤ ਤੇ ਹੁਣ ਕੌਣ ਬੈਠਾ? ਲਹਿਣਾ ਜੀ ਗੁਰੂ ਅੰਗਦ ਦੇਵ ਜੀ ਕੋ ਸਤਨਾਮ ਸੀ ਗੁਰਤਾ ਗੱਦੀ ਤੇ। ਇਸ ਕਰਕੇ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰ ਕਦੇ ਸੋਗ।
ऐसी हालत सत्ते बलवंडे दी हो गई सी। ते हुण अगली पंक्ति है, चित्ती आवे उस पार ब्रह्म। वो फिर अगे हुण की होया, जिहड़ा शरीर उन्हां दा तप रहा सीगा दुख दे नाल, गुरु अर्जन देव जी के मुख चों बचन हो गए, हुण तुसीं फिट गए हो। वो फिट गए सीगे, शरीर उन्हां दा फट गया सीगा, जख्म हो गए सी खुरक दे नाल। चलदे चलदे अज वो दुखी होके फिर गुरु नानक उन्होंने याद आया। भुल गए सी ओह गृहस्थ कुटुंब पलेटिया, एक लड़की दे विआह दे चक्कर दे विच ही उन्हां दे अंदर ऐसी घटना घट गई सी। प्रीतम जी कहंदे हुण झुल्ले सो छत निरंजनी, परमेश्वर दा छत्र उन्हां दे उत्ते झुलिया, किते लैणा जी ते मल तख्त बैठा गुर हट्टी है। हुण गुरु दे तख्त ते गुरु दी हट्टी ते, ये हट्टी भी है गुरु नानक दी, इथों सौदा मिलदा नाम दा, कहो सतनाम श्री। मोदी खाना भी सीगा, उथों संसारी सौदे भी मिलते सी, दरगाही भी मिलते सी। हुण कहंदे लहने दी ड्यूटी ला दिती है, जो तोहा जुगत साई। सहकाया फिर पलटी है, शरीर बदले है, अंदरली जोत उही काम कर रही है बाबे नानक वाली। करे जे गुर फरमाए असल जोग अलूनी चट्टी है। भाई सानू उवें चलना चाहिए जिवें गुरु कहंदा है, क्योंकि उन्होंने तजर्बा कर लिया ना। गुरु अर्जन देव जी कहते चल के कीर्तन करो, कहते इस तां करदे ही नहीं। हुण सोनू पता लगूगा साडी किन्नी लोड़ है, तुसीं सानू पैसे नहीं दिते, असी लड़की का विआह करना सी। जे असी रागी कीर्तन करते हैं तां ही तां सानू लोग मत्था टेकदे हैं। पहलां तां इदां दीयां बोलां सी, आवाज़ां सी उन्हां दीयां, ते अज की कहंदे आ, नहीं गलती हो गई साथों। जो गुरु फरमाउंदा है सिख नूं उही करना चाहिदा है। ते इह करन दे लई सिल पत्थर, ये जी योग साधन है ना, गुरु के हुक्म में चलना, पत्थर चटन वाली गल है। पत्थर ना लूना है ना मिठा है, कहो सतनाम सी। जां तां लूण करके बंदा स्वाद नाल खांदा कोई चीज़, जां मिठे करके खांदा, पर ये साधना जिहड़ी है ना मिठी है ना कौड़ी है। सिल जोग अलूनी चट्टी है, गुरु के हुक्म में चलना अलूना खान दे बराबर है, कहो सतनाम श्री। लंगर चलै गुर शब्द, हुण गुरु अंगद दे महाराज जी लंगर चलाउंदे है गुरु दे शब्द। हर टोट न आवे खट्टी है, जिस घर दे विच किसी चीज़ का घाटा नहीं। एक लंगर चलाया शब्द अते खर्चे दित खसमदी, आप खैदी खैर दवट्टी है। मालिक ने जो खर्चा दिता और उस नूं छकिया ते छकाया, भाव जो बाबे नानक ने बख्शिश की उस नूं गुरु अंगद देव जी ने अगे वरताया। खर्चे दित खसमदी, आप खैदी खैर दबट्टी है। होवे सिफत खसमदी, नूर अरसों कुरसों चट्टी है। ये दोहरा आपां भी पढ़िया करते हैं रोजाना हुक्मनामा लैण वेले। तां गुरु प्यारे हो, सतगुरु पातशाह जी बख्शिश कर रहे हैं, होवे सिफत खसमदी, नूर अरसों कुरसों झट्टी है। तो वह सत्ता बलवंडा हुण सिफत कर रहे हैं कि देखो गुरु अंगद देव जी महाराज परमेश्वर की रजा में चलते हुए उस परिपूर्ण परमेश्वर परमात्मा की सिफत करते हुए लंगर चलाउंदे है, आप छकदे है ते होरां नूं दिंदे है। भाव नाम जपना ते होरां नूं जपाउणा। होवे सिफत खसामदी, नूर अरसों कुरसों झट्टी है। जिन्हां ने परमेश्वर की सिफत सलाह की उन्हां नूं अरशों नूर मिलदा है।
सुंदरता। एक तो सुंदरता लोग बनौटी तैयार करते हैं ना कैमिकलों के नाल, पर एक नूर जिहड़ा धुरों मिलता है वह मनुख के अंदरों प्रगट होकर निकलता है। कहो सतनाम श्री। नूर अरसों कुरसों झट्टी है, धुरों नूर मिलता है। इत्थे बह जाओ। झट्टीए का मतलब की हुंदा भला? ये साडे मालवे का शब्द है। पानी नूं बुक्कां नाल चक चक के सिटना, खेतों में झटदे आ जदों कोई दौड़ी रह जाती है खेत विच उच्ची, उहनूं कही नाल नीवीं करके कही नाल पानी सिੱਟੀਦਾ। ਜਾਂ फिर झट्टा शब्द जिहड़ा है खाल चों उच्चे थां पानी सिੱਟਣ वास्ते हुंदा, उहनूं झट्टा कहंदे आ। ट्यूबवैल दे मूहरे झट्टा लाया हुंदा पल्लियां वाला, ਉਹ ਘੁਮਾਉਂਦਾ, ਉਸ ਨੂੰ ਬਲਦ ਘੁਮਾਉਂਦੇ ਆ ਗਾਂਧੀ ਨਾਲ, ਫਿਰ ਚੱਕ ਚੱਕ ਕੇ ਪਾਣੀ ਨੀਵੇਂ ਥਾਂ ਤੋਂ ਉੱਚੇ ਥਾਂ 'ਤੇ ਸਿੱਟੀ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਕਿਰਪਾ ਕਰਦਾ ਜਦੋਂ ਸਿੱਖ ਦੇ ਅੰਦਰ, ਤਾਂ ਇਸ ਨੂੰ ਧੁਰੋਂ ਹੀ ਪਰਮੇਸ਼ਰ ਨੂਰ ਸਿੱਟਦਾ। ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ। ਅੱਜ ਕਹਿ ਰਹੇ ਆ ਸੱਤਾ ਬਲਵੰਡਾ, ਜਦੋਂ ਪਤਾ ਲੱਗਿਆ ਤਜਰਬਾ ਹੋਇਆ बई गुरु तो बिछड़ के साड़ी कैसी हालत होगी। देही व्यापै रोग जाको चिंता बहुत बहुत, देही व्यापै रोग। तीसरे पदे की विचार चल रही है। तो अज कह रहे न महाराज तुहाडे दर्शन करके ही जीव दियां जन्मां जन्मांतरां दियां विकारां दियां मैलां जन्म जन्म की इस मन को मन लागी काला होआ स्याहो। खनली धोती उजली ना होवे उल्टी होवे मत बदलाहो। बाबा जी कहने सच जे गुर फरमाया, भाई जेड़े गुरु कहते हैं वो ठीक आ। क्यों एदू बोलो हटी है, क्यों गुरु दियां इन्हां गल्लां नूं असीं साइड ते करिए? भाव क्यों ना मनीए? मननी चाहिदी है गुरु की गल। असीं नहीं मनी तो साडी ये हालत हो गई है। सत्ता बलवंडा कहंदे मननी चाहिदी है सिखो। गुरु अर्जन देव जी ने ही कृपा की, उन्हां तो सिफत करवाई। सच जे गुर फरमाया क्यों एदू बोलो हटी है। पुत्री कौल ना पालियो, पुत्री पुत्रा ने, भाव पुत्रा ने, गुरु नानक जी दे पुत्र ने इस गुरता गद्दी नूं संभालिया ने। कौल ना पा लियो, थोड़ा बापू समझ के गल नूं मनना नहीं कीता, घट मनना कीता। लहणा जी ने पूरी मनना कीता। अद्धी रात नूं बाबा नानक कहंदे दिन चढ़ गया। सारे कहंदे अद्धी रात है, लहणियां वेख के आ। वो वेख के बाहरों अंदर आए, कहंदे हाँ बापू चढ़ गया। किन्ना क चढ़ गया? कहंदे जिन्ना तुसीं चढ़ाता उन्ना क चढ़ गया। को सतनाम श्री। अच्छा जा फिर चंगा मेरिया चादरां धो के लिया उथों रावी तो। ते लहणा जी दोने चादरां चक के उन्हां दियां रावी ते आ गए धोतियां, ते जांदियां नूं कहंदे सुका के लियाई, ते नाले सुका के भी लियाए। तो इस करके इत्थे सत्ता बलवंडा कहंदे गुरु की गल सही आ, गुरु की गल मननी चाहिदी आ। पुत्री कौल ना पालियो कर पीरों कन मुरटिए। कन मुरटिए पासा बटना, पासा मार के लंघ जाना, गल ना सुननी। तो इस तरह बचन ना मनन करके वो गुरता गद्दी अगे पुत्रा नूं देण दी बजाए सेवक ने गल मन्नी ते ओहदे कोल चली गई। दिल खोटा आकी फिर न बन भार उचायन छटी है। जिन्हां ने गुरु की गल नहीं मनी, ये हुण आपदे उत्ते भी लाउंदे आ ना भी सानू गुरु अर्जन देव कहे चल के कीर्तन करो, असी गल नहीं मनी ते आ वेखो साडी की हालत हो गई आ। को सतनाम श्री। तां दिल खोटा आकी फिरन, आकी होना गुरु की गल ना मननी। जिन्हां ने गुरु की गल नहीं मनी वो खोटे हो गए। खोटा होना खरे खजाने पाई है। गुरु साहब के साहिबजादे आप ये गल्लां कह नहीं सकते, पर जो गुरबाणी विच लिखे है उन्होंने सतगुरां दी गद्दी प्राप्त नहीं की, क्योंकि उन्होंने
उस तरह गल नहीं मनी जिवें लहणे ने मनी। को सतनाम श्री दिल खोटे आखी फिरन बन भार उचायन छटी है। जिन आखी सोई करे जिन कीती तिन्ना थटी है। कहन लगे जो गुरु कहता है ओहो ही करदा है ते जो करदा है उस नूं कोई थटी है बदल नहीं सकदा, वो पूरा हुंदा है। इस करके सतगुरु पातशाह जी कहंदे वो परिपूर्ण परमेश्वर परमात्मा जिहड़ा है गुरियाई दी गद्दी लै करके उस गुरता गद्दी ते बैठ गए। कौन हारे किन उवटी है। हुण इत्थे कौन हारदा ते कौन जितदा है। भाव वो आप ही हरि रूप गुरु नानक गुरु अंगद बन के बह गया। वो आप ही है सब कुछ करन करावन वाला। आपे कंडा तोल तराजी आपे तोलन हारा। सतगुर आखै सच्चा करे सा बात होवे दरहाली। फिर अगे की कीता, उन्होंने गल मनी। जिन कीती सो मनना को साल जवाहे साली। कहंदे उस परिपूर्ण परमेश्वर परमात्मा ने कृपा कीती अते जिन्हें आखी सोई करे जो उन्हें कहा वो हो गया। अते होण तो बाद पातशाह जी कहन लगे गुरु नानक रूप होके गुरियाई ते बैठे। ਉਹੀ रूप गुरु अंगद का मनना चाहिए। परमेश्वर ने सृष्टि पैदा की है, ਉਹੀ गुरु बन के आया तो ਉਹੀ लहना सेवक बन के आया तो ਉਹੀ ਜਿਹੜਾ है अगे चल के फिर गुरु बन गया। यो सत्ते बलवंडे होरां ने ये जो वार है